ਸੰਗਤਾਂ ਵਿੱਚ ਹਾਜ਼ਰ ਹਨ। ਉਹਨਾਂ ਕੋਲੋਂ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਏਤੇ ਔਗਨ ਮੋ ਤਨ ਮਾਹੀ, ਰਾਖ ਲੇਹੁ ਪ੍ਰਭ ਸਰਨ ਗਹੀ। ਅਨੇਕ ਜਨਮ ਕੇ ਬਿਛੁਰੇ ਮਿਲਹੁ, ਪਾਵਨ ਪਤਿਤ ਤਵੈ ਬਿਰਦ ਕਹੀ। ਉਤਪਤ ਪਰਲੈ ਚੋਜ ਸਭ ਤੁਮਰੇ, ਤੁਮ ਬਿਨ ਦੂਜਾ ਅਵਰ ਨਹੀਂ। ਮੋਹਿ ਅਨਾਥ ਕੇ ਦਾਤੇ ਸੁਆਮੀ, ਰਾਖ ਲੇਹੁ ਬਡ ਪੁੰਨ ਅਹੀ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਨਾਵਾ, ਕਹਾਂ ਨਰ ਆਪਣੋ ਜਨਮ ਗਵਾਵੈ। ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ, ਗਰੀਬ ਨਿਵਾਜ ਦੀਨ ਦਿਆਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਬਖਸ਼ੀਆਂ ਹਨ ਮਹਾਰਾਜ ਜੀਆਂ ਨੇ। ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ। ਸਾਰੇ ਹੀ ਆਨੰਦ ਖੁਸ਼ੇ ਦੇਣ ਵਾਲੇ ਜੋ ਸਾਧ ਸੰਗਤ ਜੀ ਸੰਸਾਰੀ ਖੁਸ਼ੀਆਂ ਹਨ, ਕੁਝ ਪਲ ਲਈ ਆਉਂਦੀਆਂ ਹਨ, ਸਮੇਂ ਨਾਲ ਬਤੀਤ ਹੋ ਜਾਂਦੀਆਂ ਹਨ, ਪਰ ਆਨੰਦ ਨਿਤ ਮੰਗਲ। ਹਜੂਰ ਦੇ ਦਰਸ਼ਨ ਤਾਂ ਨਿਤ ਮੰਗਲ ਖੁਸ਼ੇ ਦੇਣ ਵਾਲੇ ਹਨ। ਗੁਰ ਦਰਸ਼ਨ ਸਫਲ ਸੰਸਾਰ, ਸੰਸਾਰ ਦੇ ਵਿੱਚ ਹਜੂਰ ਦੇ ਦਰਸ਼ਨ ਸਫਲ ਹਨ। ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ। ਜਿਸ ਤਰ੍ਹਾਂ ਸਾਧ ਸੰਗਤ ਜੀ ਸਾਧੂ ਮਹਾਤਮਾ ਕਹਿੰਦੇ ਹਨ ਕਿ ਗੰਗਾ ਜੀਆਂ ਦਾ ਇਸ਼ਨਾਨ ਕੀਤਾ ਬੜਾ ਪਵਿੱਤਰ ਹੈ, ਉਸ ਦੀ ਗਤੀ ਹੋ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਸਾਡੇ ਲਈ ਤਾਂ ਹਜੂਰ ਦੇ ਦਰਸ਼ਨ ਹੀ ਗੰਗਾ ਦੇ ਦਰਸ਼ਨਾਂ ਤੋਂ ਉੱਪਰ ਹਨ। ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ। ਪਰਮ ਆਤਮਾਵਾਂ ਜਿਨ੍ਹਾਂ ਤੇ ਹਜੂਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ, ਉਹ ਹਜੂਰ ਦੇ ਦਰਬਾਰ ਵਿੱਚ ਸੱਜ ਬੈਠਦੇ ਹਨ ਤੇ ਹਜੂਰ ਦੀ ਸਾਧ ਸੰਗਤ ਜੀ
ਨੇੜਤਾਈ ਹਜੂਰ ਉਹਨਾਂ ਨੂੰ ਆਪਣਾ ਸਪਰਸ਼ ਬਖਸ਼ ਕੇ ਨਿਹਾਲ ਕਰਦੇ ਹਨ। ਆਓ ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਜਿਸ ਤਰ੍ਹਾਂ ਮਹਾਰਾਜ ਜੀ ਕਿਰਪਾ ਦੁਆਰਾ ਨਿਤ ਕਰਾ ਲੈਂਦੇ ਹਨ। ਅੱਜ ਤੀਸਰਾ ਸ਼ਬਦ ਜਿਸ ਤਰ੍ਹਾਂ ਹਜੂਰ ਸਾਰੰਗ ਰਾਗ ਵਿੱਚ ਉਚਾਰਦੇ ਹਨ, ਛੁੱਟਤ ਪ੍ਰਵਾਹ ਅਮਿਆ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਜਿਸ ਸਮੇਂ ਹਜੂਰ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕਰਦੇ ਹਨ, ਜਿਸ ਸਮੇਂ ਗੁਰਸਿੱਖ ਹਜੂਰ ਦੇ ਮੁਖਾਰ ਬਿੰਦ ਵੱਲ ਤੱਕ ਕੇ ਕੀ ਦੇਖਦੇ ਹਨ? ਅੰਮ੍ਰਿਤ ਦੇ ਮਾਨੋ ਕੀ ਝਰਨੇ ਹੀ ਛੁੱਟ ਰਹੇ ਹਨ। ਹਜੂਰ ਦਾ ਹਿਰਦਾ ਸਾਧ ਸੰਗਤ ਜੀ ਮਾਨੋ ਕੀ ਅੰਮ੍ਰਿਤ ਦਾ ਸਰੋਵਰ ਹੈ, ਤੇ ਪੀਵਹਿ ਸੰਤ ਕਰਹਿ ਮਨ ਮੱਜਣ ਪੁੱਬ ਜਿਨਹੁ ਸੇਵਾ ਕਰੀਆ। ਤਿਨ ਭਉ ਨਿਵਾਰ ਅਨਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸੰਸਾਰ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਮਿਥਿਆ ਦੱਸਦੇ ਹਨ, ਗੁਰਸਿੱਖ ਮਹਾਰਾਜ ਜੀਆਂ ਦੇ ਸ਼ਬਦ ਮਨ ਤੇ ਢਾਲਦੇ ਹਨ। ਇਸ ਜੋ ਜਨਮਾਂ ਮਰਨਾਂ ਦਾ ਭਉ ਸੀ, ਇਹ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੂਰ ਕਰ ਦਿੰਦੀ ਹੈ। ਕਬ ਕਲ ਠਕੁਰ ਹਰਦਾਸ ਤਣੇ ਗੁਰ ਰਾਮਦਾਸ ਸਰ ਅਪਰ ਭਰੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਬਚਨ ਆਉਂਦੇ ਹਨ, ਜਿਸ ਤਰ੍ਹਾਂ ਭੱਟ ਕਲ ਜੀ ਕਹਿੰਦੇ ਹਨ, ਹਰਦਾਸ ਜੋ ਹਰੀ ਦੇ ਦਾਸ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਜੋ ਗੁਰਸਿੱਖ ਹਨ, ਮਾਨੋ ਕਿ ਹਜੂਰ ਦੀਆਂ ਸਾਖਾਵਾਂ ਹਨ। ਇੱਕ ਰੁੱਖ ਦੀਆਂ ਜਿਵੇਂ ਟਾਹਣੀਆਂ ਹੁੰਦੀਆਂ ਹਨ, ਅੱਗੇ ਪੱਤੇ ਹਨ, ਇਸ ਤਰ੍ਹਾਂ ਹਜੂਰ ਦੇ ਗੁਰਸਿੱਖ ਉਹਨਾਂ ਦੇ ਦਰਸ਼ਨ ਕਰ ਕਰਕੇ ਸੰਗਤਾਂ ਨੂੰ ਠੰਡ ਪੈਂਦੀ ਹੈ। ਹਜੂਰ ਤਾਂ ਆਪ ਸੰਸਾਰ ਨੂੰ ਤਾਰਨ ਵਾਸਤੇ ਕਲਯੁਗ ਨਰ ਤਾਰਨ ਲਖ ਇਹ ਕਾਰਨ ਤਨ ਕੋ ਧਾਰਨ ਕੀਨ ਪ੍ਰਭੂ। ਮਹਾਰਾਜ ਜੀ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਅੱਜ ਮਹਾਰਾਜ ਜੀ ਸੱਜ ਬੈਠੇ ਹਨ। ਜਿਸ ਸਮੇਂ ਸੰਗਤਾਂ ਨੂੰ ਪਤਾ ਲੱਗਾ ਹਜੂਰ ਨੇ ਅੱਗੇ ਚਾਲੇ ਪਾਉਣੇ ਹਨ, ਸੰਗਤਾਂ ਦੇ ਮਨ ਵਿੱਚ ਵਿਰਾਗ ਹੈ। ਆਪਣੇ ਮਨ ਦੀਆਂ ਗੱਲਾਂ ਹਜੂਰ ਨਾਲ ਸੰਗਤਾਂ ਕਰਦੀਆਂ ਹਨ, ਹਜੂਰ ਤੋਂ ਉਪਦੇਸ਼ ਦੀ ਜਾਂਚ ਨਾ ਕਰਦੀਆਂ ਹਨ। ਮਹਾਰਾਜ ਜੀ ਕੁਝ ਫਰਮਾਉਣ ਤੇ ਸਾਡਾ ਵੀ ਕਲਿਆਣ ਹੋ ਜਾਵੇ। ਗੁਰ ਰਾਮਦਾਸ ਸਰ ਅਭਰ ਭਰੇ। ਜਿਹੜੇ ਹਿਰਦੇ ਸਾਧ ਸੰਗਤ ਜੀ ਅਭਰ ਭਾਵ ਖਾਲੀ ਸੀ, ਮਹਾਰਾਜ ਜੀਆਂ ਦੇ ਸ਼ਬਦ ਸੁਣਦੇ ਗੁਣਾਂ ਦੇ ਨਾਲ ਭਰਪੂਰ ਹੋ ਜਾਂਦੇ ਹਨ ਉੱਪਰ ਤੱਕ। ਐਸੇ ਮਹਾਰਾਜ ਜੀ ਸ਼ੁਭ ਗੁਣ ਆਪਣੇ ਗੁਰਸਿੱਖਾਂ ਨੂੰ ਬਖਸ਼ਦੇ ਹਨ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰਸਿੱਖ ਆਪਣੇ ਮਨ ਦੀਆਂ ਗੱਲਾਂ ਮਹਾਰਾਜ ਜੀਆਂ ਨਾਲ ਕਰਦੇ ਹਨ, ਹਜੂਰ ਦਾ ਦਰਬਾਰ ਸੱਜਿਆ ਹੋਇਆ ਹੈ। ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ, ਦੋਨੋਂ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਨਾਵਾ। ਸਾਰੰਗ ਰਾਗ ਨੂੰ ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਗ ਲਾ ਰਹੇ ਹਨ। ਸਾਰੰਗ ਸਾਧ ਸੰਗਤ ਜੀ ਸ਼ੇਰ ਨੂੰ ਵੀ ਕਹਿੰਦੇ ਨੇ। ਜਿਸ ਸਮੇਂ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਗੁਰਬਾਣੀ ਦਾ ਉਚਾਰਨ ਕਰਦੇ ਹਨ, ਗੁਰਸਿੱਖ ਸ਼ਬਦ ਆਪਣੇ ਮਨ ਤੇ ਢਲਾਉਂਦੇ ਨੇ। ਫਿਰ ਸ਼ੇਰ ਬਿਰਾਗ ਉਹਨਾਂ ਵਿੱਚ ਪ੍ਰਗਟ ਹੁੰਦਾ ਹੈ, ਜਿਹੜਾ ਸਾਧ ਸੰਗਤ ਜੀ ਸਦੀਵੀ ਬਿਰਾਗ ਹੁੰਦਾ ਹੈ। ਕਈ ਤਰ੍ਹਾਂ ਦੇ ਵਿਦਵਾਨਾਂ ਨੇ ਬਿਰਾਗ ਮੰਨੇ ਹਨ, ਗਦਾ ਬਿਰਾਗ ਇਤਿਆਦਿਕ ਬਿਰਾਗ ਜਿਹੜੇ ਥੋੜੇ ਸਮੇਂ ਲਈ ਹੁੰਦੇ ਨੇ। ਪਰ ਜਿਹੜਾ ਇਸੇ ਤਰ੍ਹਾਂ ਘੋੜਾ ਬਿਰਾਗ, ਇਸ ਤੋਂ ਭਾਵ ਹੈ ਜੇ ਗਧਾ ਸਾਧ ਸੰਗਤ ਜੀ ਘਰ ਤੋਂ ਭੱਜ ਜਾਵੇ ਤਾਂ ਸਾਧ ਸੰਗਤ ਜੀ ਜ਼ਿਆਦਾਤਰ ਮਾਲਕ ਕਈ ਨਾ ਪਿੱਛੇ ਹੀ ਨਹੀਂ ਜਾਂਦੇ, ਆਪੇ ਬਾਹਰ ਰੂੜੀਆਂ ਤੇ ਲੇਟ ਕੇ ਇਹਨੇ ਘਰੇ ਹੀ ਆ ਜਾਣਾ ਹੈ। ਇਸੇ ਤਰ੍ਹਾਂ ਬੰਦੇ ਦੇ ਮਨ ਵਿੱਚ ਜਦੋਂ ਵਿਰਾਗ ਪੈਦਾ ਹੁੰਦਾ ਹੈ, ਬੰਦਾ ਸੋਚਦਾ ਹੈ ਮੈਂ ਹੁਣ ਇਸ ਸੰਸਾਰ ਤੋਂ ਉਪਰਾਮ ਹੋ ਜਾਣਾ ਹੈ, ਭਜਨ ਬੰਦਗੀ ਕਰਨ ਲੱਗ ਜਾਣਾ ਹੈ। ਥੋੜਾ ਜਿਹਾ ਪਿੱਛੋਂ ਘਰਦਿਆਂ ਨੇ ਸਾਧ ਸੰਗਤ ਜੀ ਆਵਾਜ਼ ਵੀ ਨਹੀਂ ਮਾਰੀ, ਖਿਆਲ ਆਉਂਦਾ ਹੈ ਪਿੱਛੇ ਬੱਚੇ ਕੀ ਕਰਦੇ ਹੋਣਗੇ। ਫਿਰ ਉਹੀ ਜੀਵਨ ਵਿੱਚ ਵਾਪਸ ਚਲੇ ਜਾਂਦੇ ਹਨ।
ਇਸੇ ਤਰ੍ਹਾਂ ਸਾਧ ਸੰਗਤ ਜੀ ਘੋੜਾ ਬਰਾਗ, ਘੋੜੇ ਨੂੰ ਫਿਰ ਥੋੜਾ ਪਕੜ ਕੇ ਲੈ ਕੇ ਆਉਣਾ ਪੈਂਦਾ ਹੈ। ਪਿੱਛੋਂ ਘਰ ਦੇ ਆਵਾਜ਼ਾਂ ਮਾਰਦੇ ਨੇ, ਆ ਜਾ ਘਰ, ਇਹ ਤੂੰ ਐਵੇਂ ਬਾਬਾ ਬਣਿਆ ਬੈਠਾ, ਇਹਦੇ ਵਿੱਚ ਕੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਸ਼ੇਰ ਬਰਾਗ ਹੁੰਦਾ ਹੈ, ਇੱਕ ਵਾਰੀ ਸਾਧ ਸੰਗਤ ਜੀ ਜਦੋਂ ਚਲੇ ਜਾਵੇ, ਭਾਵ ਇਹ ਰਸਤਾ ਧਾਰਨ ਕਰ ਲਵੇ, ਫਿਰ ਪਿੱਛੇ ਮੁੜ ਕੇ ਨਹੀਂ ਦੇਖਦੇ ਗੁਰਸਿੱਖ, ਅਗਾਂਹ ਨੂੰ ਵਧਦੇ ਜਾਂਦੇ ਹਨ ਕਿ ਮਹਾਰਾਜ ਜੀ ਕਿਰਪਾ ਕਰਨਗੇ। ਅੱਜ ਸਾਰੰਗ ਰਾਗ ਦੇ ਨਿਆਈ ਸ਼ੇਰ ਵਾਂਗੂ ਮਹਾਰਾਜ ਜੀਆਂ ਦਾ ਉਪਦੇਸ਼ ਸ਼ਰਵਣ ਕਰਕੇ ਗੁਰਸਿੱਖ ਸ਼ੇਰ ਬਰਾਗ ਅੰਦਰ ਧਾਰਨ ਕਰਦੇ ਹਨ। ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦਾ ਪ੍ਰੇਮ ਉਹਨਾਂ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਸਪਰਸ਼ ਮਿਲਦਾ ਹੈ ਹਜੂਰ ਦਾ। ਕਹਾਂ ਨਰ ਆਪਣੋ ਜਨਮ ਗਵਾਵੈ। ਹਜੂਰ ਜਿਸ ਤਰ੍ਹਾਂ ਪਹਿਲੀ ਸਾਧ ਸੰਗਤ ਜੀ ਪੰਕਤੀ ਵਿੱਚ ਗੁਰਸਿੱਖ ਮਹਾਰਾਜ ਜੀਆਂ ਨਾਲ ਆਪਣੇ ਮਨ ਦੀ ਗੱਲ ਕਰਦੇ ਹੋਏ ਜਿਸ ਤਰ੍ਹਾਂ ਫਰਮਾਉਂਦੇ ਹਨ, ਬਾਣੀ ਉਚਰਹਿ ਸਾਧ ਜਨ ਅਮਿਹੋ ਚੱਲੈ ਝਰਨੇ। ਜਿਸ ਸਮੇਂ ਹਜੂਰ ਆਪਣੇ ਮੁਖ ਤੋਂ ਗੁਰਬਾਣੀ ਉਚਾਰਦੇ ਹਨ, ਮਾਨੋ ਕਿ ਅੰਮ੍ਰਿਤ ਦੇ ਝਰਨੇ ਚੱਲਦੇ ਹਨ। ਗੁਰਸਿੱਖ ਨੇ ਹੱਥ ਜੋੜ ਕੇ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ, ਮਹਾਰਾਜ ਜੀ ਮਨੁੱਖ ਆਪਣਾ ਜਨਮ ਹਜੂਰ ਕਿੱਥੇ ਗਵਾ ਰਿਹਾ ਹੈ, ਹਜੂਰ ਆਪ ਜੀਆਂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਕਹਾ ਨਰ ਆਪਣੋ ਜਨਮ ਗਵਾਵੈ। ਮਹਾਰਾਜ ਜੀ ਇਹ ਆਪਣਾ ਜਨਮ ਸਾਰਾ ਕਿੱਥੇ ਬਤੀਤ ਕਰ ਦਿੰਦਾ ਹੈ। ਮਾਇਆ ਮਦ ਵਿਖਿਆ ਰਸ ਰਚਿਓ। ਹਜੂਰ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਕੱਲ ਵੀ ਬਚਨ ਆ ਰਹੇ ਸਨ, ਹਜੂਰ ਦੀ ਸ਼ਰਨ ਵਿੱਚ ਆਉਣ ਦਾ ਮਹਾਰਾਜ ਜੀ ਉਪਦੇਸ਼ ਦੇ ਰਹੇ ਸਨ। ਮਹਾਰਾਜ ਜੀਆਂ ਤੋਂ ਬਿਨਾਂ ਸਾਰਾ ਸੰਸਾਰ ਅਸਤ ਹੈ। ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਕਿਰਪਾ ਕੀਤੀ ਹੈ, ਹਜੂਰ ਫਰਮਾਉਂਦੇ ਹਨ, ਇੱਕ ਤਾਂ ਇਸ ਜੀਵ ਨੂੰ ਮਾਇਆ ਮਦ ਤੇ ਦੂਸਰਾ ਵਿਖਿਆ ਰਸ ਰਚਿਓ। ਇਹਨਾਂ ਵਿਸ਼ਿਆਂ ਵਿੱਚ ਜੀਵ ਫਸ ਗਿਆ ਹੈ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਏਕ ਮਦੀ ਦੂਜੈ ਤਰਨ ਤੀਜੈ ਅਤ ਧਨ ਧਾਮ। ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਤਾਂ ਸ਼ਰਾਬੀ ਕਬਾਬੀ ਹੋਵੇ, ਨਸ਼ੇ ਕਰਦਾ ਹੋਵੇ, ਦੂਸਰਾ ਤਰੁਣ ਅਵਸਥਾ ਭਾਵ ਜਵਾਨੀ ਹੋਵੇ ਇਸ ਸਰੀਰ ਤੇ, ਤੀਜਾ ਬੰਦੇ ਕੋਲ ਅਤ ਧਨ ਧਾਮ। ਘਰ ਦੇ ਵਿੱਚ ਸਾਧ ਸੰਗਤ ਜੀ ਧਨ ਦੌਲਤ ਵਿਭੂਤੀ ਸੰਪਦਾ ਬਹੁਤ ਹੋਵੇ। ਮਹਾਰਾਜ ਜੀ ਫਰਮਾਉਂਦੇ ਹਨ, ਪਾਪ ਕਰੇ ਬਿਨ ਕੌਣ ਬਚੇ, ਬਚੈ ਬਚਾਵੈ ਰਾਮ। ਮਹਾਰਾਜ ਜੀ ਕਹਿੰਦੇ ਹਨ, ਫਿਰ ਉਹ ਪਾਪ ਕੀਤੇ ਤੋਂ ਬਿਨਾਂ ਬਚ ਨਹੀਂ ਸਕਦਾ। ਜੇ ਬਚੇਗਾ ਤਾਂ ਸਮਝੋ ਕਿ ਵਾਹਿਗੁਰੂ ਜੀਆਂ ਦੀ ਬੇਅੰਤ ਅਪਾਰ ਕਿਰਪਾ ਹੈ ਉਸ ਤੇ। ਹਜੂਰ ਕਹਿੰਦੇ ਹਨ, ਇਸ ਜੀਵ ਨੇ ਮਾਇਆ ਮਦ ਸ਼ਰਾਬ ਨੂੰ ਵੀ ਕਹਿੰਦੇ ਹਨ, ਇਸ ਮਾਇਆ ਦੇ ਨਸ਼ੇ ਵਿੱਚ ਮਸਤ ਹੋਇਆ ਫਿਰਦਾ ਹੈ। ਹੱਥ ਪਸਾਰ ਕੇ ਕਹਿੰਦਾ ਹੈ, ਆ ਸਭ ਵਿਭੂਤੀ ਆ ਪ੍ਰਾਪਰਟੀ ਇੰਨਾ ਕੁਝ ਮੈਂ ਜ਼ਿੰਦਗੀ 'ਚ ਕਮਾਇਆ ਹੈ। ਫਿਰ ਹਜੂਰ ਕਹਿੰਦੇ ਹਨ, ਵਿਖਿਆ ਰਸ ਰਚਿਓ। ਇਹ ਜੋ ਵਿਖੇ ਸਾਧ ਸੰਗਤ ਜੀ ਜ਼ਹਿਰ ਨੂੰ ਕਹਿੰਦੇ ਹਨ, ਇਹ ਨੇਤਰਾਂ ਕਰਕੇ ਚਮੜੀ ਕਰਕੇ, ਜਿਸ ਤਰ੍ਹਾਂ ਸਾਧ ਸੰਗਤ ਜੀ ਕੱਲ ਬਚਨ ਆ ਰਹੇ ਸੀ, ਅਮੂਹਾ ਝੋਟਾ ਨਹੀਂ ਜਿਸ ਤਰ੍ਹਾਂ ਮੁੜਦਾ, ਆਪਣੇ ਆਪ ਹੀ ਵਿਸ਼ਿਆਂ ਵੱਲ ਜੀਵ ਭੱਜਾ ਜਾ ਰਿਹਾ ਹੈ। ਹਜੂਰ ਫਰਮਾਉਂਦੇ ਹਨ, ਇਸ ਕਰਕੇ ਗੁਰਸਿੱਖੋ ਬੰਦਾ ਜਨਮ ਗਵਾ ਲੈਂਦਾ ਹੈ ਤੇ RAM ਦੀ ਸ਼ਰਨ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਵਿੱਚ ਬਚਨ ਆਉਂਦੇ ਹਨ, ਮਾਇਆ ਧਾਰੀ ਅਤ ਅੰਨਾ ਬੋਲਾ। ਜੋ ਸਾਧ ਸੰਗਤ ਜੀ ਮਾਇਆ ਧਾਰੀ ਜੀਵ ਹੁੰਦੇ ਹਨ, ਅੱਜ ਵੀ ਆਪਾਂ ਸੰਸਾਰ ਵਿੱਚ ਜੇ ਤਕੀਏ, ਜੋ ਅਮੀਰ ਹੁੰਦੇ ਹਨ ਭਾਵ ਜਿਨ੍ਹਾਂ ਨੂੰ ਕੋਈ ਚੰਗੇ ਅਹੁਦੇ ਮਿਲੇ ਹੁੰਦੇ ਹਨ, ਅੰਨੇ ਬੋਲੇ ਹੋ ਜਾਂਦੇ ਹਨ, ਕਿਸੇ ਗਰੀਬ ਦੀ ਤਾਂ ਗੱਲ ਹੀ ਨਹੀਂ ਸੁਣਦੇ। ਹਜੂਰ ਫਰਮਾਉਂਦੇ ਹਨ, ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਮਹਾਰਾਜ ਜੀ ਫਰਮਾਉਂਦੇ ਹਨ, ਫਿਰ ਕਿੱਥੇ ਉਹਨਾਂ ਨੂੰ ਹਜੂਰ ਦੇ ਸ਼ਬਦ ਸੁਣਦੇ ਹਨ। ਕਹਿੰਦੇ ਹਨ, ਸਤ ਸੰਗਤ ਵਿੱਚ ਜਾ ਆਏ ਹਾਂ, ਪਰ ਸਾਧ ਸੰਗਤ ਜੀ ਜੇ ਪਤਾ ਹੀ ਨਹੀਂ ਲੱਗਿਆ ਸੰਗਤ ਵਿੱਚ ਹਜੂਰ ਨੇ ਅੱਜ ਦਾ ਮੁੱਖ ਵਾਕ ਕੀ ਬਖਸ਼ਿਆ ਹੈ। ਕਿਸ ਸ਼ਬਦ ਦਾ ਕੀਰਤਨ ਹੋਇਆ ਹੈ, ਕਿਸ ਸ਼ਬਦ ਦੀ ਕਥਾ ਹੋਈ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਜੀਵ ਇੰਨਾ ਮਸਤ ਹੋ ਗਿਆ ਹੈ ਮਾਇਆ ਵਿੱਚ, 5 ਮਿੰਟ ਸੰਗਤ ਕਰਨੀ ਇਹਨੂੰ ਔਖੀ ਲੱਗਦੀ ਹੈ। 5 ਮਿੰਟ ਸੰਗਤ ਵਿੱਚ ਬਹਿਣਾ
ਇੰਨਾ ਔਖਾ ਲੱਗਦਾ ਹੈ ਜਿਵੇਂ ਪਤਾ ਨਹੀਂ ਘੰਟਾ ਹੀ ਲੰਘ ਗਿਆ ਹੋਵੇ। ਮਹਾਰਾਜ ਜੀ ਫਰਮਾਉਂਦੇ ਹਨ, ਸ਼ਬਦ ਨਾ ਸੁਣੇ। ਉਹਨਾਂ ਦੇ ਕੰਨਾਂ ਤੋਂ ਫਿਰ ਸ਼ਬਦ ਕਿੱਥੇ ਸੁਣੇ ਜਾਂਦੇ ਹਨ। ਕਹਿੰਦੇ ਹਨ, ਅਸੀਂ ਤਾਂ ਕੈਨੇਡਾ 'ਚ ਪੱਕੇ ਹੋ ਗਏ, ਸਾਨੂੰ ਕੀ ਲੋੜ ਹੈ ਸ਼ਬਦ ਸੁਣਨ ਦੀ। ਪਰ ਮਹਾਰਾਜ ਜੀ ਫਰਮਾਉਂਦੇ ਹਨ, ਸ਼ਬਦ ਨਾ ਸੁਣੇ। ਹਜੂਰ ਉਹਨਾਂ ਨੂੰ ਕੀ ਪਸੰਦ ਹੈ? ਹਜੂਰ ਕਹਿੰਦੇ ਹਨ, ਬਹੁ ਰੋਲ ਕਝੋਲਾ। ਜਿੱਥੇ ਰੌਲਾ ਪੈਂਦਾ ਹੋਵੇ ਸਾਰੀ ਸਾਰੀ ਰਾਤ ਕਹਿੰਦੇ ਹਨ, ਹਜੇ ਤਾਂ ਮੇਰਾ ਫੇਵਰੇਟ ਗਾਣਾ ਲਾ ਕੇ ਮੈਂ ਨੱਚਣਾ ਹੈ। ਉੱਥੇ ਥੱਕਦੇ ਨਹੀਂ। ਪਰ ਸੰਗਤ ਵਿੱਚ 5 ਮਿੰਟ ਚੌਂਕੜਾ ਲਾਉਣਾ ਸਾਧ ਸੰਗਤ ਜੀ ਔਖਾ ਹੁੰਦਾ ਹੈ। ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਕਹਾ ਨਰ ਆਪਣੋ ਜਨਮ ਗਵਾਵੈ, ਹੇ ਜੀਵ ਕਿੱਥੇ ਆਪਣਾ ਜਨਮ ਗਵਾਈ ਜਾਂਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਮੂਰਖਾਂ ਸਿਰ ਮੂਰਖ ਹੈ। ਮਹਾਰਾਜ ਜੀ ਇੱਕ ਤਾਂ ਹਜੂਰ ਕਹਿੰਦੇ ਹਨ, ਦੁਨਿਆਵੀ ਤੌਰ ਤੇ ਕੋਈ ਮੂਰਖ ਹੁੰਦੇ ਹਨ, ਪਰ ਉਹਨਾਂ ਤੋਂ ਵੀ ਵੱਡਾ ਇੱਕ ਮੂਰਖ ਹੁੰਦਾ ਹੈ ਜੇ ਮੰਨੈ ਨਾਹੀ ਨਾਉ। ਜਿਹੜੇ ਸ਼ਬਦ ਸੁਣ ਕੇ ਵੀ ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਹੈ। ਇਹ ਤਾਂ ਇਹਨਾਂ ਦਾ ਤਾਂ ਕੰਮ ਹੀ ਕਹਿਣਾ ਹੈ ਕਿ ਸਿਮਰਨ ਕਰਨ ਨਾਲ ਪ੍ਰਭ ਕੈ ਸਿਮਰਨ ਕਾਰਜ ਪੂਰੇ। ਕਿ ਪ੍ਰਭੂ ਦੇ ਸਿਮਰਨ ਕਰਨ ਨਾਲ ਕਿਵੇਂ ਕਾਰਜ ਪੂਰੇ ਹੋ ਜਾਣਗੇ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਸਾਰੇ ਝੂਰੇ ਕਿਵੇਂ ਮਿਟ ਜਾਣਗੇ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਸਿਮਰਨ ਕਰਨ ਨਾਲ ਹੀ ਕਿਵੇਂ ਜਪ ਤਪ ਪੂਜਾਵਾਂ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪ੍ਰਭੂ ਦੇ ਸਿਮਰਨ ਕਰਨ ਨਾਲ ਕਿਵੇਂ ਮਨ ਦੀ ਮੈਲ ਚਲੇ ਜਾਂਦੀ ਹੈ। ਹਜੂਰ ਕਹਿੰਦੇ ਹਨ, ਜੇ ਨਹੀਂ ਨਾ ਮੰਨਦਾ ਨਾਮ ਦੀ ਸ਼ਕਤੀ ਨੂੰ, ਉਹ ਮੂਰਖਾਂ ਤੋਂ ਵੀ ਵੱਡਾ ਮੂਰਖ ਹੈ। ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਤੇ ਘਰ ਤੇਰੀ ਬੁੱਧ ਕੋ। ਮਹਾਰਾਜ ਜੀ ਕਹਿੰਦੇ ਹਨ, ਐਸੀ ਖੋਟੀ ਬੁੱਧੀ ਨੂੰ ਤੇਰੀ ਨੂੰ ਧਕਾਰ ਹੈ। ਧ੍ਰਿਗ ਧ੍ਰਿਗ ਤੇ ਕਹੋ ਬਾਰ ਬਾਰ। ਮਹਾਰਾਜ ਜੀ ਕਹਿੰਦੇ ਹਨ, ਸਾਧ ਸੰਗਤ ਜੀ ਫਿੱਟੇ ਮੂੰਹ ਕਈ 100 ਵਾਰੀ ਕਿਹਾ ਜਾਵੇ, ਫਿਰ ਕਿਤੇ ਅੱਗੇ ਜਾ ਕੇ ਇੱਕ ਧ੍ਰਿਗ ਬਣਦੀ ਹੈ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਐਸੀ ਖੋਟੀ ਬੁੱਧੀ ਨੂੰ ਧ੍ਰਿਕਾਰ ਹੈ। ਫਿਰ ਧ੍ਰਿਗ ਧ੍ਰਿਗ 2 ਵਾਰੀ ਹਜੂਰ ਨੇ ਸ਼ਬਦ ਵਰਤ ਕੇ ਆਖਿਆ ਹੈ, ਤੈਨੂੰ ਧ੍ਰਿਕਾਰ ਹੈ। ਫਿਰ ਹਜੂਰ ਕਹਿੰਦੇ ਹਨ, ਧ੍ਰਿਗ ਧ੍ਰਿਗ ਜਨਨੀ ਜਿਨ ਤੂੰ ਜਇਓ। ਉਹ ਮਾਤਾ ਵੀ ਧ੍ਰਿਗ ਹੈ ਜਿਨੇ ਤੈਨੂੰ ਐਸੇ ਪਾਪੀ ਨੂੰ ਜਨਮ ਦਿੱਤਾ ਹੈ। ਆਸ ਕੁਬੁੱਧ ਮੂੜ ਖਲ ਗਵਾਰ। ਮਹਾਰਾਜ ਜੀ ਕਹਿੰਦੇ ਹਨ, ਐਸੀ ਖੋਟੀ ਬੁੱਧੀ ਚੱਕੀ ਫਿਰਦਾ ਹੈ। ਹਜੂਰ ਕਹਿੰਦੇ ਹਨ, ਮੂਰਖੇ ਖਲ ਗਦਾ ਖੋਤਾ ਹੈ, ਗਵਾਰ ਹੈ। ਮਹਾਰਾਜ ਜੀ ਕਹਿੰਦੇ ਹਨ, ਸਭ ਜਗਤ ਆਸਰੇ ਜਾਹੇ ਜੀਵਤ, 60 ਨਿੰਦਹ ਤਹਿ ਕਰਤ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜਿਸ ਵਾਹਿਗੁਰੂ ਦੀ ਸੱਤਾ ਕਰਕੇ ਸਭ ਸੰਸਾਰ ਜੀ ਰਿਹਾ ਹੈ, ਉਹਨਾਂ ਸਤਿਗੁਰਾਂ ਤੇ ਹੀ ਸਾਧ ਸੰਗਤ ਜੀ ਕਈ ਜੀਵਾਂ ਨੇ ਠਾਨੀ ਹੈ, ਨਿੰਦਾ ਹੀ ਕਰਦੇ ਹਨ। ਕਹਿੰਦੇ ਹਨ, ਇਹ ਮਹਾਰਾਜ ਜੀਆਂ ਦੀ ਗੁਰਬਾਣੀ, ਇਹਦੇ ਤੇ ਵੀ ਸਾਧ ਸੰਗਤ ਜੀ ਉਹਨਾਂ ਦੀ ਬੁੱਧੀ ਸ਼ੰਕਾ ਕਰਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ। ਇਹ ਤਾਂ ਸਾਧ ਸੰਗਤ ਜੀ ਉਹ ਗੁਰਮੁਖ ਰੂਹਾਂ ਦੱਸ ਸਕਦੀਆਂ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਅੰਦਰ ਪਾਪ ਕੰਬਦੇ ਹਨ, ਬੰਦੇ ਨੂੰ ਡਰ ਲੱਗਦਾ ਹੈ। ਐਸੇ ਗੁਰਮੁਖ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਉਹਨਾਂ ਦੇ ਮੱਥੇ ਤੇ ਵਾਹਿਗੁਰੂ ਜੀ ਪ੍ਰਗਟੇ ਹਨ। ਤਾਂ ਸਾਧ ਸੰਗਤ ਜੀ ਉਹਨਾਂ ਦੇ ਦਰਸ਼ਨ ਕਰਦਿਆਂ ਆਪਣੇ ਆਪ ਹੀ ਸੀਸ ਅਦਬ ਸਹਿਤ ਝੁਕ ਜਾਂਦੇ ਹਨ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਅਤ ਢੀਠ ਹੋ ਕਟ ਬੈਨ ਬੋਲਤ, ਗਹਿ ਸ਼ਾਸਤਰ ਸਰਬਰ ਲਰਤ ਹੈ। ਮਹਾਰਾਜ ਜੀ ਕਹਿੰਦੇ ਹਨ, ਫਿਰ ਕੀ ਹੁੰਦਾ ਹੈ ਜੇ ਨਹੀਂ ਮੰਨਦਾ। ਇਸ ਦਾ ਹਿਰਦਾ ਬੰਦੇ ਦਾ ਢੀਠ ਹੋ ਜਾਂਦਾ ਹੈ, ਕਠੋਰ ਹੋ ਜਾਂਦਾ ਹੈ। ਫਿਰ ਸਾਧ ਸੰਗਤ ਜੀ ਮਿੱਠੇ ਬੋਲ ਤਾਂ ਗੁਰਮੁਖ ਬੋਲ ਬੋਲਦੇ ਮਿੱਠਾ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਦੀ ਸਾਧ ਸੰਗਤ ਜੀ ਇਹ ਨਿਸ਼ਾਨੀ ਹੈ, ਸਦਾ ਹੀ ਉਹ ਮਿੱਠੇ ਬੋਲ ਬੋਲਦੇ ਹਨ। ਪਰ ਹਜੂਰ ਫਰਮਾਉਂਦੇ ਹਨ, ਜੇ ਸ਼ਬਦ ਨੂੰ ਨਹੀਂ ਮੰਨਦਾ, ਕੌੜੇ ਕਟਾਕਸ਼ ਵਾਲੇ ਬੋਲ ਐਸੇ ਉਹ ਬੋਲਦੇ ਹਨ ਮਨਮੁਖ ਕਿ ਸਾਧ ਸੰਗਤ ਜੀ ਦੂਜਿਆਂ ਦਾ ਵੀ ਹਿਰਦਾ ਉਹ ਸਾਧ ਸੰਗਤ ਜੀ ਖਰਾਬ ਕਰਦੇ ਹਨ, ਦੂਜਿਆਂ ਨੂੰ ਵੀ ਉਹ ਭਾਵ ਤੰਗ ਕਰਦੇ ਹਨ। ਐਸੇ ਕੌੜੇ ਬੋਲ ਬੋਲਦੇ ਹਨ। ਫਿਰ ਘਰੇ ਸ਼ਾਂਤੀ ਨਾਲ ਨਹੀਂ ਬਹਿੰਦੇ। ਜੇ ਕੋਈ ਮਾੜਾ ਜਿਹਾ ਬਚਨ ਕਰ ਦਵੇ, ਜੇ ਤਾਂ ਹਜੂਰ ਦੇ ਸ਼ਬਦ ਦੀ ਕੀਤੀ ਹੋਵੇ ਕਮਾਈ, ਸਾਧ ਸੰਗਤ ਜੀ ਗੁਰਸਿੱਖ ਜਰ ਜਾਂਦੇ ਹਨ ਕਿਸੇ ਦੇ ਕੀਤੇ ਹੋਏ ਕੌੜੇ ਬਚਨ। ਮਹਾਰਾਜ ਜੀਆਂ ਦੀ ਸ਼ਬਦ ਦੀ ਐਸੀ ਕਿਰਪਾ ਵਰਤਦੀ ਹੈ, ਜੇ ਨਾ ਕਮਾਈ ਕੀਤੀ ਹੋਵੇ
ਥੋੜਾ ਜਿਹਾ ਕੋਈ ਕਿਸੇ ਨੂੰ ਕੁਝ ਕਹਿ ਦੇਵੇ, ਗਹਿ ਸ਼ਸਤਰ ਸਰਬਰ ਲੜਤ ਹੈ, ਸ਼ਸਤਰ ਫੜ ਕੇ ਆਪਣੇ ਭਰਾਵਾਂ ਨਾਲ ਵੀ ਲੜਨ ਲੱਗ ਪੈਂਦੇ ਹਨ। ਅੱਜ ਸਾਧ ਸੰਗਤ ਜੀ ਜੇ ਦੇਖਿਆ ਜਾਵੇ ਬਹੁਤਾਂਤ ਤੇ ਜੇ ਸੋਸ਼ਲ ਮੀਡੀਆ ਤੇ ਭਾਵ ਥੋੜੀ ਜੀ ਕੋਈ ਗੱਲ ਕਰਦਾ ਨਹੀਂ, ਉੱਥੇ ਹੀ ਸ਼ਸਤਰ ਫੜ ਕੇ ਆਪਦੇ ਭਰਾਵਾਂ ਨਾਲ ਹੀ ਲੜਨ ਲੱਗ ਜਾਂਦੇ ਹਨ। ਹਜੂਰ ਫਰਮਾਉਂਦੇ ਹਨ ਇੱਥੋਂ ਇਹ ਨਿਸ਼ਾਨੀ ਹੈ ਕਿ ਸ਼ਬਦ ਦੀ ਕਮਾਈ ਨਹੀਂ ਕੀਤੀ। ਮਹਾਰਾਜ ਜੀ ਕਹਿੰਦੇ ਹਨ ਕਹਾ ਨਰ ਆਪਣੋ ਜਨਮ ਗਵਾਵੈ, ਐਵੇਂ ਫਾਲਤੂ ਦੇ ਲੜਾਈ ਝਗੜਿਆਂ ਦੇ ਵਿੱਚ ਤੂੰ ਆਪਣਾ ਜਨਮ ਗਵਾ ਰਿਹਾ ਹੈ। ਆਰੰਭ ਤੋਂ ਹੀ ਕਹਾ ਨਰ ਆਪਣੋ ਜਨਮ ਗਵਾਵੈ। ਫਿਰ ਹੁਣ ਹਜੂਰ ਦੱਸਦੇ ਹਨ ਕਿ ਇਹ ਨਰ ਕਿੱਥੇ ਆਪਣਾ ਜਨਮ ਗਵਾ ਰਿਹਾ ਹੈ। ਸਾਧ ਸੰਗਤ ਜੀ ਸੰਗਤ ਜਦੋਂ ਆਪਾਂ ਕਰਦੇ ਹਾਂ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਭਗਤ ਕਬੀਰ ਜੀ ਕਹਿੰਦੇ ਹਨ ਮਨਮੁਖ ਤੇ ਸਾਗਤ ਪੁਰਸ਼ ਦੀ ਸੰਗਤ ਹੀ ਨਹੀਂ ਕਰਨੀ ਚਾਹੀਦੀ। ਕਬੀਰ ਜੀ ਫਿਰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਹਨ ਜੋ ਵਿਕਾਰੀ ਪੁਰਸ਼ ਹਨ, ਜੋ ਭਾਵ ਮਾੜੀ ਸੰਗਤ ਦੱਸਦੇ ਹਨ, ਦੂਰੋਂ ਹੀ ਭੱਜ ਜਾਣਾ ਚਾਹੀਦਾ ਹੈ। ਕਬੀਰ ਜੀ ਇੰਨੇ ਹੀ ਮਾੜੇ ਨੇ, ਦੂਰੋਂ ਕਾਤੋਂ ਭੱਜ ਜਾਣਾ ਚਾਹੀਦਾ ਹੈ? ਕਬੀਰ ਜੀ ਦੱਸਦੇ ਹਨ ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਜੇ ਕਾਲੇ ਬਰਤਨ ਨੂੰ ਪਰਸੀਏ ਨਾ ਤਾਂ ਥੋੜਾ ਜਿਹਾ ਦਾਗ ਤਾਂ ਲੱਗ ਹੀ ਜਾਂਦਾ ਹੈ। ਐਸੇ ਪੁਰਸ਼ਾਂ ਦੀ ਸੰਗਤ ਵਿੱਚ ਬੈਠਣ ਤੋਂ ਭਗਤ ਜੀ ਫਰਮਾਉਂਦੇ ਹਨ ਕਿ ਸਾਨੂੰ ਡਰ ਲੱਗਦਾ ਹੈ, ਕਿਉਂਕਿ ਉਹਨਾਂ ਦੀਆਂ ਮਾੜੀਆਂ ਗੱਲਾਂ ਮਨ ਤੇ ਕਿਤੇ ਨਾ ਕਿਤੇ ਛਾਪ ਛੱਡ ਜਾਂਦੀਆਂ ਹਨ। ਉਹਨਾਂ ਦੀਆਂ ਗੱਲਾਂ ਸਾਧ ਸੰਗਤ ਜੀ ਕਾਮ ਵਸਤੂ ਵਿਚਾਰ ਨੂੰ ਮਾਰ ਦਿੰਦਾ ਹੈ। ਐਸੇ ਮੋਹ ਦੀਆਂ ਗੱਲਾਂ ਕਰਦੇ ਹਨ, ਵਿਵੇਕ ਹੀ ਅੰਦਰੋਂ ਖਤਮ ਹੋ ਜਾਂਦਾ ਹੈ। ਐਸੇ ਹੰਕਾਰ ਦੀਆਂ ਗੱਲਾਂ ਕਰਦੇ ਹਨ, ਲੋਭ ਦੀਆਂ ਗੱਲਾਂ ਕਰਦੇ ਹਨ, ਇੰਨੀ ਪ੍ਰਾਪਰਟੀ ਹੈ, ਬੰਦੇ ਅੰਦਰੋਂ ਸੰਤੋਖ ਹੀ ਖਤਮ ਹੋ ਜਾਂਦਾ ਹੈ। ਇਥੋਂ ਤਿੱਕਰ ਕਬੀਰ ਜੀ ਕਹਿ ਦਿੰਦੇ ਹਨ ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ। ਜਿਸ ਤਰ੍ਹਾਂ ਸਾਧ ਸੰਗਤ ਜੀ ਛੜਨ ਵੇਲੇ ਜਦੋਂ ਚੌਲ ਜਿਹੜੇ ਚੌਲਾਂ ਦੇ ਛਿੱਲੜ ਹੁੰਦੇ ਹਨ ਉਹਨੂੰ ਵੀ ਚੌਲਾਂ ਦੇ ਨਾਲ ਸਾਧ ਸੰਗਤ ਜੀ ਕੁੱਟ ਪੈਂਦੀ ਹੈ। ਚੌਲਾਂ ਦੀ ਛੱਲਾਂ ਦੀ ਤਾਂ ਸਾਧ ਸੰਗਤ ਜੀ ਕੋਈ ਗਲਤੀ ਨਹੀਂ ਹੁੰਦੀ, ਪਰ ਭਗਤ ਕਬੀਰ ਜੀ ਉਹਨਾਂ ਨੂੰ ਦੱਸਦੇ ਹਨ ਜਿਹੜੇ ਕਹਿੰਦੇ ਹਨ ਵਿਆਹਾਂ ਸ਼ਾਦੀਆਂ ਤੇ ਪਾਏ ਤਾਂ ਉੱਪਰ ਦੀ ਗਾਤਰੇ ਹੁੰਦੇ ਹਨ। ਕਹਿੰਦੇ ਹਨ ਮੈਂ ਕਿਹੜਾ ਸ਼ਰਾਬ ਪੀਣਾ, ਉਹਨਾਂ ਨਾਲ ਹੀ ਬੈਠਾ, ਮੈਨੂੰ ਕਿਹੜਾ ਇਹਨਾਂ ਦਾ ਕੋਈ ਅਸਰ ਹੋਣਾ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਗੁਰਸਿੱਖਾ ਧਰਮ ਰਾਜਾ ਪੁੱਛੇਗਾ ਜ਼ਰੂਰ ਤੇਰਾ ਉਥੇ ਕੀ ਕੰਮ ਸੀ, ਤੂੰ ਤਾਂ ਗੁਰਸਿੱਖ ਸੀ। ਐਸੀ ਸਾਧ ਸੰਗਤ ਜੀ ਮਾੜੇ ਪੁਰਸ਼ਾਂ ਦੀ ਸੰਗਤ ਨੂੰ ਹਜੂਰ ਜਿਸ ਤਰ੍ਹਾਂ ਦਰਸਾਉਂਦੇ ਹੋਏ ਕਹਿੰਦੇ ਹਨ ਕਹਾ ਨਰ ਆਪਣੋ ਜਨਮ ਗਵਾਵੈ। ਹੇ ਮੇਰਿਆ ਗੁਰਸਿੱਖਾ ਪ੍ਰੇਮ ਕਰਦੇ ਆਣਾ ਮਹਾਰਾਜ ਜੀ, ਇਸ ਕਰਕੇ ਕਹਿੰਦੇ ਨੇ ਮੇਰੇ ਲਾਡਲਿਆ ਕਿੱਥੇ ਜਨਮ ਗਵਾਈ ਜਾਂਦਾ ਹੈ ਇੰਨੇ ਖੋਟੇ ਪੁਰਸ਼ਾਂ ਦੀ ਸੰਗਤ ਵਿੱਚ। ਮਹਾਰਾਜ ਜੀਆਂ ਦਾ ਸਾਧ ਸੰਗਤ ਜੀ ਨਿਤਾ ਪ੍ਰਤੀ ਐਸਾ ਹੀ ਉਪਦੇਸ਼ ਆਪਾਂ ਸ਼ਰਵਣ ਕਰਦੇ ਹਾਂ ਕਿ ਇਹ ਸੰਸਾਰ ਮਿਥਿਆ ਹੈ। ਹਜੂਰ ਕਹਿੰਦੇ ਹਨ ਕਹੋ ਕਹਾ ਬਾਰ ਬਾਰ ਸਮਝਤ ਨਹੀਂ ਰੇ ਗਵਾਰ। ਅਸੀਂ ਇਸ ਕਰਕੇ ਵਾਰ-ਵਾਰ ਕਹਿੰਦੇ ਹਾਂ ਤੈਨੂੰ ਕਿਹੜਾ ਸਮਝ ਪਈ ਜਾਂਦੀ ਹੈ, 5 ਮਿੰਟ ਸੁਣਦਾ ਹੈ ਬਾਹਰ ਜਾ ਕੇ ਫਿਰ ਉਹੋ ਜਿਹਾ ਹੋ ਜਾਂਦਾ ਹੈ। ਮਹਾਰਾਜ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ ਤੈਸੇ ਮਤ ਹੈ ਪ੍ਰਗਾਸ ਵਾਤਨ ਤੈਸੇ ਕਰਮ ਕਮਾਵਹੀ। ਜੋ ਜੈਸੀ ਸੰਗਤ ਕਰਤ ਹੈ ਫਲ ਤੈਸਾ ਪਾਵਤ ਹੈ ਸੁਣੀ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ ਜਿਹੋ ਜੀ ਕੋਈ ਸੰਗਤ ਕਰਦਾ ਹੈ ਉਹੋ ਜਿਹਾ ਉਹਨੂੰ ਫਲ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਇਹ ਸਾਧ ਸੰਗਤ ਜੀ ਪ੍ਰਤੱਖ ਵੀ ਵੇਖਣ ਨੂੰ ਮਿਲਦਾ ਹੈ। ਜੇ ਤਾਂ ਕਿਤੇ ਹੋ ਜਾਵੇ ਗੁਰਸਿੱਖਾਂ ਦੀ ਕਰਨੀ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਮਹਾਰਾਜ ਜੀ ਪਤਾ ਨਹੀਂ ਫਰਸ਼ਾਂ ਤੋਂ ਅਰਸ਼ਾਂ ਤਿੱਕਰ ਲੈ ਜਾਂਦੇ ਹਨ। ਜੇ ਉੱਥੇ ਜਾ ਕੇ ਵੀ ਮਾਣ ਹੋ ਆਵੇ ਕਿ ਮੈਨੂੰ ਕੀ ਲੱਗਦਾ ਹੈ, ਮੈਨੂੰ ਕਿਹੜੇ ਵਿਸ਼ੇ ਤੰਗ ਕਰਦੇ ਨੇ, ਫਿਰ ਵਕਾਰੀਆਂ ਦੀ ਸੰਗਤ ਜੇ ਚਲੇ ਜਾਵੇ ਤਾਂ ਸਾਧ ਸੰਗਤ ਜੀ ਜੇ ਮਹਾਰਾਜ ਹੀ ਬਚਾਉਣ ਤਾਂ ਬਚ ਸਕਦਾ ਹੈ। ਹਜੂਰ ਕਹਿੰਦੇ ਹਨ ਫਿਰ ਉਸ ਦਾ ਫਲ ਜ਼ਰੂਰ ਜੀਵ ਨੂੰ ਮਿਲਦਾ ਹੈ। ਇਸ ਕਰਕੇ ਗੁਰਸਿੱਖ ਹਜੂਰ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਨ ਹਮ ਅੰਧਲੇ ਗਿਆਨਹੀਣ ਅਗਿਆਨੀ। ਮਹਾਰਾਜ ਜੀ ਇੱਕ ਤਾਂ ਨੇਤਰਾਂ ਕਰਕੇ ਅੰਨੇ ਹਾਂ, ਵਿਵੇਕ ਤੇ ਵਿਰਾਗ ਦੇ ਨੇਤਰ ਹੀ ਨਹੀਂ ਹੈਗੇ, ਗਿਆਨ ਤੋਂ ਹੀਣੇ ਹਾਂ, ਹਜੂਰ ਅਗਿਆਨੀ ਹਾਂ,
ਕਿਉਂ ਚੱਲ ਹੈ ਗੁਰ ਚਾਲੀ। ਮਹਾਰਾਜ ਜੀ ਕਿਰਪਾ ਕਰੋ ਵਾਹਿਗੁਰੂ, ਕਿਉਂ ਚੱਲ ਹੈ ਮਾਰਗ ਪੰਥਾ। ਮਹਾਰਾਜ ਜੀ ਜੋ ਆਪ ਜੀਆਂ ਦਾ ਖਾਲਸਾ ਪੰਥ ਸ੍ਰੇਸ਼ਟ ਰਹਿਤ ਜੋ ਆਪ ਜੀਆਂ ਨੇ ਦਰਸਾਈ ਹੈ, ਹਜੂਰ ਸਾਡੇ ਵਿੱਚ ਜ਼ੋਰ ਨਹੀਂ ਹੈਗਾ। ਜੇ ਜ਼ੋਰ ਹੁੰਦਾ ਤਾਂ ਅਸੀਂ ਚੱਲ ਪੈਂਦੇ। ਹਜੂਰ ਅਗਿਆਨੀ ਹਾਂ, ਨੇਤਰਾਂ ਤੋਂ ਵੀ ਅੰਨੇ ਹਾਂ। ਮਹਾਰਾਜ ਜੀ ਕਿਸ ਤਰੀਕੇ ਨਾਲ ਆਪਣੇ ਇਸ ਸ੍ਰੇਸ਼ਟ ਪੰਥ ਤੇ ਚੱਲ ਸਕਦੇ ਹਾਂ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਮਹਾਰਾਜ ਜੀ ਆਪਣਾ ਅੰਚਲ ਭਾਵ ਆਪਣਾ ਹਜੂਰ ਸਾਨੂੰ ਪੱਲਾ ਫੜਾ ਦੇਵੋ, ਫਿਰ ਆਪ ਜੀਆਂ ਦੇ ਇਸ ਰਸਤੇ ਤੇ ਚੱਲਦੇ ਆਪ ਜੀਆਂ ਨੂੰ ਮਿਲ ਜਾਵਾਂਗੇ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਸੰਗਤ ਕੀਜੈ ਸਾਧੂ ਸੰਤਨ ਕੀ, ਉਪਜੈ ਆਤਮ ਗਿਆਨ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਸ੍ਰੇਸ਼ਟ ਪੁਰਸ਼ਾਂ ਦੀ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਵਿੱਚ ਕੋਈ ਸੰਸਾਰੀ ਗੱਲਾਂ ਨਹੀਂ ਕਰਦੇ ਗੁਰਸਿੱਖ। ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਦੀਵਾਨ ਸਜਦਾ ਹੈ, ਆਪਣੇ ਆਤਮਾ ਦੀ ਵਿਚਾਰ ਕਰਦੇ ਹਨ ਗੁਰਸਿੱਖ। ਸੰਸਾਰੀ ਇੱਧਰ ਉੱਧਰ ਦੀਆਂ ਗੱਲਾਂ ਨਹੀਂ, ਬ੍ਰਹਮ ਗਿਆਨ ਦਾ ਉਪਦੇਸ਼ ਹਜੂਰ ਤੋਂ ਲੈ ਕੇ ਗੁਰਸਿੱਖ ਫਿਰ ਆਪਣੇ ਨਾਲ ਵਿਚਾਰ ਕਰਦੇ ਹਨ। ਦੇਖੋ ਜੀ ਸਾਡੀ ਤਾਂ ਹਾਲਤ ਇੰਨੀ ਮਾੜੀ ਹੈ, ਨਹੀਂ ਤਾਂ ਸਾਧ ਸੰਗਤ ਜੀ ਬੰਦਾ ਮਾਣ ਇੰਨਾ ਚੱਕੀ ਫਿਰਦਾ ਹੈ, ਉਹਨੂੰ ਕੋਈ ਭਲਾ ਪੁੱਛੇ ਵੀ ਨਾ, ਫਿਰ ਵੀ ਜਾ ਕੇ ਵਿੱਚ ਦੱਸਦਾ ਹੈ ਕਿ ਮੈਂ ਵੀ ਕੁਝ ਹੈਗਾ ਵਾਂ। ਪਰ ਮਹਾਰਾਜ ਜੀ ਕਹਿੰਦੇ ਹਨ, ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸੰਤਨ ਕੇ ਪ੍ਰਸਾਦ ਤੇ ਭੇਟੈ ਪੁਰਖ ਸਜਾਨ। ਐਸੇ ਸਾਧੂਆਂ ਸੰਗਤਾਂ ਦੀ ਭਾਵ ਸੰਤਾਂ ਦੀ ਭਾਵ ਸੰਗਤ ਕਰਨ ਨਾਲ ਸਾਧ ਸੰਗਤ ਜੀ ਪੁਰਖ ਸੁਜਾਨ, ਜੋ ਪੂ ਨਰਕਾਂ ਤੋਂ ਰੱਖ ਲੈਣ ਵਾਲੇ, ਜੋ ਸਭ ਤੋਂ ਸ੍ਰੇਸ਼ਟ ਸਿਆਣੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਉਹ ਗੁਰਸਿੱਖ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਨਾਲ ਫੜ ਕੇ ਸੰਗਤ ਵਿੱਚ ਲੈ ਆਉਂਦੇ ਹਨ, ਜਿਨ੍ਹਾਂ ਨਾਲ ਉਹਨਾਂ ਦਾ ਵੀ ਕਲਿਆਣ ਹੋ ਜਾਂਦਾ ਹੈ। ਮਾਇਆ ਮਦ ਵਿਖਿਆ ਰਸ ਰਚਿਓ। ਜਦੋਂ ਸੰਸਾਰੀ ਜੀਵ ਸਾਧ ਸੰਗਤ ਜੀ ਕੋਈ ਬਿਜ਼ਨਸ ਕਰਦੇ ਹਨ, ਜੇ ਕਿਤੇ ਲਾਭ ਨਾ ਹੋਵੇ, ਉਹ ਦੇਖਦੇ ਹਨ ਕਿ ਕਮੀ ਕਿੱਥੇ ਆ ਰਹੀ ਹੈ। ਇੰਨਾ ਸਮਾਂ ਹੋ ਗਿਆ, ਆਪਾਂ ਵੀ ਹਜੂਰ ਦੱਸ ਰਹੇ ਹਨ ਕਿ ਦੇਖ ਜੇ ਹਜੇ ਤਿੱਕਰ ਤੈਨੂੰ ਸੰਗਤ ਕਰਦਿਆਂ ਸੁੱਖ ਨਹੀਂ ਨਾ ਮਿਲਿਆ, ਅੰਦਰ ਨਿਗਾਹ ਮਾਰ ਕੇ ਦੇਖ ਕਮੀ ਕਿੱਥੇ ਆ ਰਹੀ ਹੈ। ਫਿਰ ਮਹਾਰਾਜ ਜੀਆਂ ਦਾ ਸ਼ਬਦ ਰਸਤਾ ਦਿਖਾਉਂਦਾ ਹੈ, ਬਿਨ ਹਰ ਕਾਮ ਨਾ ਆਵਤ ਹੈ। ਹਜੂਰ ਫਰਮਾਉਂਦੇ ਹਨ, ਦੇਖ ਬਿਨਾ ਹਰੀ ਦੇ ਨਾਮ ਤੋਂ ਕੁਝ ਵੀ ਤੇਰੇ ਕੰਮ ਨਹੀਂ ਆਉਣਾ। ਜਾਸਿਓ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੋਹਾਵਤ ਹੈ। ਜਿਸ ਤਰ੍ਹਾਂ ਆ ਰਿਹਾ ਹੈ ਮਾਇਆ ਦਾ ਮਦ ਨਸ਼ਾ, ਮਹਾਰਾਜ ਜੀ ਫਰਮਾਉਂਦੇ ਹਨ, ਜਿਨ੍ਹਾਂ ਨਾਲ ਤੂੰ ਲੱਗਾ ਹੈ ਉਹ ਤਾਂ ਬੜੀ ਮੋਹਣੀ ਤੈਨੂੰ ਮਿੱਠੀ ਲੱਗਦੀ ਹੈ ਮਾਇਆ, ਉਹ ਤੈਨੂੰ ਜਾਲ ਵਿੱਚ ਫਸਾ ਰਹੀ ਹੈ। ਕਨਕ ਕਾਮਨੀ ਸੇਜ ਸੋਹਣੀ, ਛੋੜ ਖਿਨੈ ਮਹਿ ਜਾਵਤ ਹੈ। ਫਿਰ ਮਹਾਰਾਜ ਜੀ ਫਰਮਾਉਂਦੇ ਹਨ, ਕਨਕ ਸੋਇਨੇ ਵਿੱਚ ਤੇਰਾ ਚਿੱਤ ਲੱਗਾ ਹੈ, ਬੜਾ ਸਾਂਭ ਕੇ ਰੱਖਦਾ ਹੈ। ਕਾਮਨੀ ਭਾਵ ਜੋ ਤੇਰੀ ਇਸਤਰੀ ਹੈ, ਕਹਿੰਦਾ ਹੈ ਬੜੀ ਸੁੰਦਰ ਹੈ ਮੇਰੀ ਇਸਤਰੀ। ਮਹਾਰਾਜ ਜੀ ਫਰਮਾਉਂਦੇ ਹਨ, ਸੇਜ ਸੋਹਣੀ, ਸੁੰਦਰ ਸੇਜਾਂ ਤੇ ਪੈਂਦਾ ਹੈ, ਕਹਿੰਦਾ ਹੈ ਚਿੱਟੀ ਚਾਦਰ ਮੇਰੇ ਥੱਲੇ ਵਿਛੀ ਹੋਣੀ ਚਾਹੀਦੀ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਛੋੜ ਖਿਨੈ ਮਹਿ ਜਾਵਤ ਹੈ। ਜਾਂ ਤਾਂ ਜਦੋਂ ਭਪੂਤੀ ਧਨ ਨਾਸ਼ ਹੋ ਜਾਵੇ ਉਦੋਂ ਵੀ ਚਲੇ ਜਾਂਦੇ ਹਨ, ਜਾਂ ਹਜੂਰ ਫਰਮਾਉਂਦੇ ਹਨ ਜਦੋਂ ਇਹ ਤੇਰੀ ਜੀਵ ਅੰਦਰੋਂ ਉਡਾਰੀ ਮਾਰ ਗਿਆ ਉਦੋਂ ਵੀ ਤੂੰ ਇਹ ਸਭ ਕੁਝ ਛੱਡ ਕੇ ਚਲੇ ਜਾਵੇਂਗਾ। ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਤੂੰ ਉਲਝ ਗਿਆ ਹੈ, ਤੇਰੇ ਨੇਤਰ ਤੇਰੇ ਵਸ ਵਿੱਚ ਨਹੀਂ ਹਨ, ਤੇਰੇ ਮੂਲ ਦੁਆਰੇ। ਹਜੂਰ ਕਹਿੰਦੇ ਹਨ, ਇੰਦਰੀਆਂ ਤੈਨੂੰ ਪ੍ਰੇਰਦੀਆਂ ਹਨ ਵਿਸ਼ਿਆਂ ਵੱਲ, ਤੂੰ ਨੇਤਰ ਤੇਰੇ ਕੰਟਰੋਲ ਵਿੱਚ ਨਹੀਂ, ਕੰਨ ਤੇਰੇ ਇਹ ਤੇਰੇ ਮਹਾਰਾਜ ਜੀ ਕਹਿੰਦੇ ਹਨ ਪ੍ਰੇਰਦੇ ਹਨ ਕਿ ਨਿੰਦਾ ਸੁਣਨ। ਜੀਭਾ ਤੇਰੀ ਪ੍ਰੇਰਦੀ ਹੈ, ਕਦੇ ਤੂੰ ਸੋਚਦਾ ਹੈ ਮੈਂ ਆਹ ਬਚਨ ਕਿਸੇ ਨੂੰ ਦੱਸਣੇ ਨਹੀਂ, ਫਿਰ ਵੀ ਦੱਸ ਦਿੰਦਾ ਹੈ, ਕਿਉਂਕਿ ਸਾਧ ਸੰਗਤ ਜੀ ਸਵਾਦ ਆਉਂਦਾ ਹੈ ਕਿਸੇ ਦੀ ਨਿੰਦਿਆ ਕਰਕੇ। ਇੰਦਰੇ ਪ੍ਰੇਰਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਬਿਖੈ ਠਗੌਰੀ ਖਾਵਤ ਹੈ। ਇਹ ਵਿਸ਼ਿਆਂ ਦੀ ਠਗੌਰੀ, ਠੱਗ ਬੂਟੀ ਸਾਧ ਸੰਗਤ ਜੀ। ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਪੁਰਾਣੇ ਸਮੇਂ ਵਿੱਚ ਐਸਾ ਹੁੰਦਾ ਸੀ, ਜੋ ਠੱਗ ਹੁੰਦੇ ਸਨ ਲੱਡੂਆਂ ਦੇ ਵਿੱਚ ਉਹ ਠੱਗ ਬੂਟੀ ਖਵਾ ਦਿੰਦੇ ਸਨ ਰਾਹੀਆਂ ਨੂੰ,
ਫਿਰ ਸਾਧ ਸੰਗਤ ਜੀ ਉਹ ਬੇਹੋਸ਼ ਹੋ ਜਾਂਦੇ ਸੀ, ਉਹਨਾਂ ਨੂੰ ਲੁੱਟ ਲੈਂਦੇ ਸੀ। ਮਹਾਰਾਜ ਜੀ ਕਹਿੰਦੇ ਹਨ, ਇਹ ਥਾਂ ਥਾਂ ਤੇ ਠੱਗ ਬੂਟੀ ਪਈ ਹੈ, ਤੂੰ ਬੜੇ ਸਵਾਦਾਂ ਨਾਲ ਖਾਂਦਾ ਹੈ, ਪਰ ਤੇਰਾ ਕੀਤਾ ਹੋਇਆ ਜਪ ਤਪ ਸੀਲ ਬਦਾਰਨੇ ਹੇ ਕਾਮੰ ਨਰਕ ਬਿਸਰਾਮੰ। ਮਹਾਰਾਜ ਜੀ ਸਿੱਧਾ ਕਾਮ ਨੂੰ ਸੰਬੋਧਿਤ ਹੋ ਕੇ ਜਿਸ ਤਰ੍ਹਾਂ ਬਚਨ ਫਰਮਾਉਂਦੇ ਹਨ, ਇਹ ਤੂੰ ਸਿੱਧਾ ਨਰਕਾਂ ਵਿੱਚ ਭੇਜਣ ਵਾਲਾ ਹੈ। ਇੰਨਾ ਹੀ ਨਹੀਂ, ਕੀਤੇ ਹੋਏ ਜਪ ਤਪ ਸੀਲ ਧਰਮ ਸਭ ਸਾਧ ਸੰਗਤ ਜੀ ਨਾਸ਼ ਹੋ ਜਾਂਦੇ ਹਨ। ਮਹਾਰਾਜ ਜੀ ਅੱਗੇ ਫਰਮਾਉਂਦੇ ਹਨ, ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ। ਮਹਾਰਾਜ ਜੀ ਕਹਿੰਦੇ ਹਨ ਕਿ ਇਹ ਕੱਖਾਂ ਦਾ ਤੇਰਾ ਸਰੀਰ ਹੈ, ਥੱਲੇ ਤੂੰ ਅੱਗ ਮਚਾਈ ਬੈਠਾ ਹੈ, ਬਚਣ ਦੀ ਤਾਂ ਕੋਈ ਆਸ ਹੀ ਨਹੀਂ ਹੈਗੀ। ਮਹਾਰਾਜ ਜੀ ਫਰਮਾਉਂਦੇ ਹਨ, ਕਹਾ ਨਰ ਆਪਣੋ ਜਨਮ ਗਵਾਵੇ, ਕਿੱਥੇ ਦੇਖ ਤੂੰ ਆਪਣਾ ਜਨਮ ਗਵਾ ਰਿਹਾ ਹੈ। ਫਿਰ ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਹੱਥ ਜੋੜ ਕੇ ਬਚਨ ਕਰਨ ਬੇਨਤੀ ਕਰਨ ਦਾ ਜਿਸ ਤਰ੍ਹਾਂ ਵੱਲ ਦੱਸਦੇ ਹਨ, ਹਜੂਰ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉ ਫਹਾਵਤ ਹੈ। ਮਹਾਰਾਜ ਜੀ ਕਹਿੰਦੇ ਹਨ, ਦੇਖ ਆਸੇ ਪਾਸੇ ਸਭ ਜਾਲਾ ਪਿਆ ਹੋਇਆ ਹੈ, ਜਦੋਂ ਪੰਖੀ ਚੁਗਦੇ ਹਨ ਆ ਕੇ ਫਿਰ ਉਹਨਾਂ ਤੇ ਜਾਲਾ ਪੈ ਜਾਂਦਾ ਹੈ, ਪਰ ਫਿਰ ਜਦੋਂ ਜ਼ੋਰ ਲਾਉਂਦੇ ਹਨ ਛੁੱਟਣ ਨਹੀਂ ਪੈਂਦੇ। ਹਜੂਰ ਅੱਗੇ ਅਰਦਾਸ ਕਰਿਆ ਕਰ, ਕਹੋ ਨਾਨਕ ਬੰਧਨ ਕਾਟਣ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੈ। ਮਹਾਰਾਜ ਜੀ ਇਹਨਾਂ ਬੰਧਨਾਂ ਨੂੰ ਕੱਟਣ ਕਰਕੇ ਹੀ ਆਪ ਜੀਆਂ ਦੀ ਸੰਗਤ ਵਿੱਚ ਆਏ ਹਾਂ, ਪਰ ਮਹਾਰਾਜ ਜੀ ਇਹ ਮਨ ਨੂੰ ਹਜੂਰ ਆਪ ਜੀਆਂ ਦੇ ਸ਼ਬਦ ਤੇ ਵਿਸ਼ਵਾਸ ਨਹੀਂ ਹੁੰਦਾ। ਜੇ ਨਹੀਂ ਵੀ ਵਿਸ਼ਵਾਸ ਹੁੰਦਾ, ਦੋਨੋਂ ਹੱਥ ਜੋੜ ਕੇ ਗੁਰਸਿੱਖ ਕਹਿੰਦੇ ਹਨ, ਮਹਾਰਾਜ ਜੀ ਆਪ ਜੋ ਬਚਨ ਬੋਲਦੇ ਹੋ ਉਹ ਸਤ ਹਨ। ਮਹਾਰਾਜ ਜੀ ਛੋਟੀ ਬੁੱਧੀ ਹੈ, ਸਮਝ ਨਹੀਂ ਆਉਂਦਾ, ਪਰ ਇੱਕ ਦਿਨ ਆਪ ਜ਼ਰੂਰ ਕਿਰਪਾ ਕਰੋਗੇ। ਫਿਰ ਸਾਧ ਸੰਗਤ ਜੀ ਹਜੂਰ ਕਿਰਪਾ ਕਰਦੇ ਹਨ। ਰਾਮ ਸਰਨ ਨਹੀਂ ਆਵੈ। ਮਹਾਰਾਜ ਜੀ ਫਰਮਾਉਂਦੇ ਹਨ, ਇਹਨਾਂ ਚੀਜ਼ਾਂ ਕਰਕੇ ਇਹ ਜੀਵ ਫਿਰ ਰਾਮ ਦੀ ਸ਼ਰਨ ਵਿੱਚ ਨਹੀਂ ਆ ਪਾਉਂਦਾ। ਇਹ ਬੰਧਨ ਭਾਵ ਰਸਤੇ ਵਿੱਚ ਰੁਕਾਵਟਾਂ ਪਾਉਂਦੀਆਂ ਨੇ। ਰਹਾਉ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਇਹੋ ਸੰਸਾਰ ਸਗਲ ਹੈ ਸੁਪਨੋ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਸੰਸਾਰ ਜੋ ਤੂੰ ਦੇਖਦਾ ਹੈ, ਇਹ ਸਾਰਾ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਦੇਖ ਕਹਾਂ ਲੋ ਭਾਵੈ। ਜਿਹਨੂੰ ਦੇਖ ਦੇਖ ਕੇ ਤੂੰ ਬੜਾ ਲੁਭਾਵੈ, ਭਾਵ ਬੜਾ ਲੋਭ ਕਰਦਾ ਹੈ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਮਹਾਰਾਜ ਜੀ ਅੱਗੇ ਅਰਦਾਸ ਕਰੀਏ। ਜਿਸ ਤਰ੍ਹਾਂ ਰਾਜਾ ਜਨਕ ਜੀ ਦਾ ਪ੍ਰਸੰਗ ਆਉਂਦਾ ਹੈ, ਰਾਜਾ ਜਨਕ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਸਭ ਰਾਜ ਭਾਗ ਨਾਸ਼ ਹੋ ਗਿਆ ਹੈ, ਦੂਸਰੇ ਰਾਜੇ ਨੇ ਚੜ੍ਹਾਈ ਕਰ ਦਿੱਤੀ ਹੈ ਇਸ ਦੇ ਰਾਜ ਤੇ। ਭਾਵ ਜਨਕ ਰਾਜਾ ਜੀ ਸੁਪਨਾ ਦੇਖ ਰਹੇ ਸੀ। ਉਸ ਸਮੇਂ ਦੂਸਰਾ ਰਾਜਾ ਇਸ ਨੂੰ ਘੋੜੇ ਪਿੱਛੇ ਬੰਨ੍ਹ ਕੇ ਭਾਵ ਘੜੀਸਦਾ ਹੋਇਆ ਕਿਤੇ ਬਾਹਰ ਛੱਡ ਆਉਂਦਾ ਹੈ। ਜਨਕ ਰਾਜਾ ਜੀ ਦੇਖਦੇ ਹਨ, ਇੰਨੀ ਭੁੱਖ ਲੱਗੀ ਹੈ, ਹੁਣ ਮੈਂ ਕੀ ਕਰਾਂਗਾ। ਫਿਰ ਦੇਖਦੇ ਹਨ ਕਿਤੋਂ ਲੰਗਰ ਲੱਗਾ ਹੁੰਦਾ ਹੈ। ਫਿਰ ਸਾਧ ਸੰਗਤ ਜੀ ਖੀਰ ਬਣੀ ਹੁੰਦੀ ਹੈ, ਹੱਥ ਲੈ ਕੇ ਜਾਂਦੇ ਹਨ, ਪਰ ਉਹ ਮਨਾ ਕਰ ਦਿੰਦਾ ਹੈ ਕਿ ਖੀਰ ਬੜੀ ਗਰਮ ਹੈ, ਭਾਂਡਾ ਲੈ ਕੇ ਆ। ਫਿਰ ਸਾਧ ਸੰਗਤ ਜੀ ਐਡਾ ਰਾਜਾ 2 ਟਕੇ ਕੋਈ ਫਿਰ ਇਸ ਨੂੰ ਦਿੰਦਾ ਹੈ। 2 ਟਕਿਆਂ ਦਾ ਬਰਤਨ ਖਰੀਦਣ ਜਾਂਦਾ ਹੈ। ਉਹ ਘੜਿਆਂ ਵਾਲਾ ਬਾਈ ਕਹਿੰਦਾ ਹੈ ਕਿ ਇਸ ਦਾ ਮੈਂ ਤੈਨੂੰ ਕੀ ਘੜਾ ਦੇਵਾਂ ਜਾਂ ਕੋਈ ਬਰਤਨ। ਉਹ ਟੁੱਟੀ ਹੋਈ ਸਾਧ ਸੰਗਤ ਜੀ ਤਰੇੜ ਵਾਲੀ ਇੱਕ ਉਸ ਨੂੰ ਪਲੇਟ ਦੇ ਦਿੰਦਾ ਹੈ 2 ਟਕਿਆਂ ਦੀ। ਫਿਰ ਜਦੋਂ ਜਨਕ ਰਾਜਾ ਖੀਰ ਪਵਾਉਂਦਾ ਹੈ, ਹਜੇ ਖਾਧੀ ਨਹੀਂ, ਕੀ ਦੇਖਦੇ ਹਨ 2 ਝੋਟੇ ਭਿੜਦੇ ਆਉਂਦੇ ਹਨ ਤੇ ਜਨਕ ਰਾਜਾ ਜੀਆਂ ਦੇ ਵਿੱਚ ਆ ਕੇ ਵੱਜਦੇ ਹਨ। ਸਭ ਖੀਰ ਡੁੱਲ ਜਾਂਦੀ ਹੈ। ਇਧਰ ਤਖਤਾਂ ਤੇ ਜਨਕ ਰਾਜਾ ਉਸੇ ਸਮੇਂ ਉੱਠਦਾ ਹੈ। ਸਾਧ ਸੰਗਤ ਜੀ ਮਨ ਮੁਰਝਾਇਆ ਹੁੰਦਾ ਹੈ। ਸਭ ਜੋ ਸੰਸਾਰ ਦੇ ਵਿਦਵਾਨ ਸਨ ਸਭ ਨੂੰ ਬੁਲਾਉਂਦਾ ਹੈ, ਪੁੱਛਦਾ ਹੈ, ਆਪਣੇ ਮਨ ਦੀ ਗੱਲ ਨਹੀਂ ਦੱਸਦਾ। ਕਹਿੰਦਾ ਹੈ ਇਹ ਸੱਤ ਕਿ ਉਹ ਸੱਤ। ਉਸ ਸਮੇਂ ਸਭ ਜੇ ਕੋਈ ਇਹਨੂੰ ਉੱਤਰ ਦੇ ਦੇਵੇ ਤਾਂ ਸਾਧ ਸੰਗਤ ਜੀ, ਪਰ ਕਿੰਨੇ ਉੱਤਰ ਦੇਣਾ ਸੀ ਇਹਦੀ ਮਨ ਦੀ ਗੱਲ ਜਾਣ ਕੇ। ਸਭ ਨੂੰ ਇਹ ਬੰਦੀ ਬਣਾਈ ਆਉਂਦਾ ਸੀ। ਇੱਧਰ ਅਸ਼ਟਾਵਕਰ ਜੀ ਘਰੇ ਆਉਂਦੇ ਹਨ,
ਇਹਨਾਂ ਦੇ ਪਿਤਾ ਜੀਆਂ ਨੂੰ ਵੀ ਇਸਨੇ ਬੰਦੀ ਬਣਾ ਛੱਡਿਆ ਸੀ। ਅਸ਼ਟਾਵਕਰ ਦੇ ਸਾਧ ਸੰਗਤ ਜੀ ਸਰੀਰ ਵਿੱਚ 8 ਵਲ ਪੈਂਦੇ ਸੀ। ਜਿਸ ਸਮੇਂ ਰਾਜੇ ਜਨਕ ਦੀ ਸਭਾ ਵੱਲ ਜਾਂਦੇ ਹਨ, ਬਾਹਰ ਸਾਧ ਸੰਗਤ ਜੀ ਸਿਪਾਹੀ ਰੋਕਦੇ ਹਨ, ਪੁੱਛਦੇ ਹਨ ਕਿ ਭਾਈ ਤੂੰ ਕੌਣ ਹੈ? ਕਹਿੰਦੇ ਹਨ ਮੈਂ ਅਸ਼ਟਾਵਕਰ ਹਾਂ, ਰਾਜੇ ਦੇ ਪ੍ਰਸ਼ਨ ਦਾ ਉੱਤਰ ਦੇਣ ਆਇਆ ਹਾਂ। ਕਹਿੰਦੇ ਹਨ ਤੇਰੇ ਤਾਂ ਸਰੀਰ ਵਿੱਚ 8 ਵਲ ਪੈਂਦੇ ਹਨ। ਅਸ਼ਟਾਵਕਰ ਜੀ ਕਹਿੰਦੇ ਮੇਰੇ ਗਿਆਨ ਵਿੱਚ ਨਹੀਂ 8 ਵਲ ਪੈਣਗੇ। ਜਦੋਂ ਅੰਦਰ ਜਾਂਦੇ ਹਨ ਅਸ਼ਟਾਵਕਰ ਜੀ, ਰਾਜਾ ਕਹਿੰਦਾ ਹੈ ਪਹਿਲਾਂ ਤਾਂ ਸਾਧ ਸੰਗਤ ਜੀ ਸਭ ਉੱਥੇ ਬੈਠੀ ਹੋਈ ਪ੍ਰਜਾ ਹੱਸਦੀ ਹੈ, ਜੋ ਇਹਦੇ ਵਿਦਵਾਨਾਂ ਦੀ ਪ੍ਰਜਾ ਸੀ। ਉਸ ਸਮੇਂ ਅਸ਼ਟਾਵਕਰ ਨੇ ਕਿਹਾ ਰਾਜਾ ਇਹ ਵਿਦਵਾਨਾਂ ਦੀ ਸਭਾ ਹੈ ਕਿ ਚਮਿਆਰਾਂ ਦੀ? ਉਸ ਸਮੇਂ ਰਾਜੇ ਨੇ ਕਿਹਾ ਇਹ ਕੀ ਕਹਿ ਰਹੇ ਹੋ? ਕਹਿੰਦੇ ਹਨ ਇਹ ਤਾਂ ਮੇਰੀ ਚਮੜੀ ਵੇਖ ਕੇ ਹੱਸ ਰਹੇ ਹਨ, ਇਹ ਤਾਂ ਫਿਰ ਚਮਿਆਰਾਂ ਦੀ ਸਭਾ ਹੋਈ। ਉਸ ਸਮੇਂ ਅਸ਼ਟਾਵਕਰ ਨੂੰ ਆਖਿਆ ਸੀ ਰਾਜੇ ਨੇ ਚੱਲ ਫਿਰ ਦੱਸ ਇਹ ਸੱਤ ਕਿ ਉਹ ਸੱਤ? ਉਸ ਸਮੇਂ ਅਸ਼ਟਾਵਕਰ ਜੀ ਕਹਿੰਦੇ ਹਨ ਪਹਿਲਾਂ ਗੁਰੂ ਦਰਸ਼ਨਾ ਦੇਣੀ ਪਊਗੀ ਤੈਨੂੰ ਕੁਝ, ਫਿਰ ਅਸੀਂ ਦੱਸਾਂਗੇ। ਉਸ ਸਮੇਂ ਰਾਜੇ ਨੇ ਆਖਿਆ ਦੱਸ ਕੀ? ਰਾਜਾ ਉਸ ਸਮੇਂ ਕਿਹਾ ਅਸ਼ਟਾਵਕਰ ਜੀਆਂ ਨੇ ਆਪਣੇ ਤਨ ਮਨ ਧਨ ਵਿੱਚੋਂ ਕੋਈ ਸਾਨੂੰ ਭੇਟ ਕਰ ਦੇਵੇ। ਉਸ ਸਮੇਂ ਸਾਧ ਸੰਗਤ ਜੀ ਰਾਣੀ ਨੂੰ ਪੁੱਛਿਆ, ਰਾਣੀ ਕਹਿੰਦੀ ਹੈ ਤਨ ਨਹੀਂ ਭੇਟ ਕਰਨਾ। ਵਜ਼ੀਰਾਂ ਨੂੰ ਪੁੱਛਿਆ, ਵਜ਼ੀਰ ਕਹਿੰਦੇ ਹਨ ਧਨ ਨਹੀਂ ਭੇਟ ਕਰਨਾ। ਉਸੇ ਸਮੇਂ ਫਿਰ ਅਸ਼ਟਾਵਕਰ ਕਹਿੰਦਾ ਹੈ ਮੈਂ ਮਨ ਭੇਟ ਕਰਦਾ ਹਾਂ। ਜਦੋਂ ਘੋੜੇ ਤੇ ਚੜਨ ਲੱਗੇ ਅਸ਼ਟਾਵਕਰ ਜੀ ਕਹਿੰਦੇ ਹਨ ਕਿੱਥੇ ਚੜਨ ਲੱਗਾ ਹੈ? ਮਨ ਵਿੱਚ ਕੀ ਫੁਰਨਾ ਕਰਦਾ ਹੈ? ਘੋੜਾ ਤਾਂ ਭਾਵ ਤੂੰ ਆਪਣੇ ਮਨ ਵਿੱਚ ਫੁਰਨਾ ਕਰਦਾ ਹੈ, ਮਨ ਤਾਂ ਤੂੰ ਮੈਨੂੰ ਭੇਟ ਕਰ ਚੁੱਕਾ ਹੈ। ਉਸ ਸਮੇਂ ਫਿਰ ਇਹਨੇ ਸਭ ਨੂੰ ਛਡਾ ਲਿਆ ਸੀ। ਉਸ ਸਮੇਂ ਵਿਦਵਾਨਾਂ ਨੇ ਪੁੱਛਿਆ ਕੀ ਰਾਜੇ ਨੂੰ ਉੱਤਰ ਦਿੱਤਾ ਤੂੰ? ਉਸ ਸਮੇਂ ਅਸ਼ਟਾਵਕਰ ਜੀ ਕਹਿੰਦੇ ਹਨ ਇਸ ਰਾਜੇ ਨੂੰ ਇੱਕ ਸੁਪਨਾ ਆਇਆ ਸੀ। ਅਸੀਂ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਜਿਉਂ ਸੁਪਨਾ ਰਪੇਖਣਾ ਐਸੇ ਜਗ ਕੋ ਜਾਣ। ਅਸ਼ਟਾਵਕਰ ਜੀ ਕਹਿੰਦੇ ਹਨ ਨਾ ਇਹ ਸੱਤ ਹੈ ਨਾ ਸੁਪਨਾ ਸੱਤ ਹੈ। ਇਸ ਤਰ੍ਹਾਂ ਉਸ ਨੂੰ ਗਿਆਨ ਕਰਵਾਇਆ। ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਕਿਰਪਾ ਕਰ ਰਹੇ ਹਨ, ਇਹੋ ਸੰਸਾਰ ਸਗਲ ਹੈ ਸੁਪਨਾ ਦੇਖ ਕਹਾਂ ਲੋਭਾਵੈ। ਉਹ ਸੁਪਨੇ ਦੀ ਨਿਆਈ ਇਹ ਸੰਸਾਰ ਅਸਤ ਹੈ, ਜਿਹਨੂੰ ਦੇਖ ਦੇਖ ਕੇ ਜੀਵ ਤੂੰ ਬੜਾ ਮਾਣ ਕਰਦਾ ਹੈ। ਜੋ ਉਪਜੈ ਸੋ ਸਗਲ ਬਿਨਾਸੈ। ਹਜੂਰ ਫਰਮਾਉਂਦੇ ਹਨ ਜੋ ਵੀ ਉਪਜਦਾ ਹੈ ਇਸ ਧਰਤੀ ਤੇ, ਜੋ ਵੀ ਪੈਦਾ ਹੁੰਦਾ ਹੈ ਭਾਵ ਉਹ ਸਭ ਵਿਨਾਸ਼ ਹੋਣ ਵਾਲਾ ਹੈ। ਰਹਿਣ ਨ ਕਉ ਪਾਵੈ। ਹਜੂਰ ਫਰਮਾਉਂਦੇ ਹਨ ਕੋਈ ਵੀ ਰਹਿਣ ਨਹੀਂ ਪਾਇਆ ਇਸ ਸੰਸਾਰ ਤੇ। ਜਿਸ ਤਰ੍ਹਾਂ ਕਾ ਭਇਓ ਜੋ ਕਈ ਕਲਪ ਕੀ ਆਯੂ ਦੀਰਘ ਕਹੋ ਭੋਗ। ਹਜੂਰ ਕਹਿੰਦੇ ਹਨ ਕਿੱਡੀ ਕੁ ਗੱਲ ਹੋ ਗਈ, ਥੋੜਾ ਸਮਾਂ ਨਹੀਂ। ਕਲਯੁਗ ਜੀਵ ਦੀ ਤਾਂ ਆਯੂ 100 ਸਾਲ ਹੈ, ਕਈ ਕਲਪਾਂ ਤਿੱਕਰ ਤੇਰਾ ਜੀਵਨ ਹੋ ਜਾਵੇ। ਸਭ ਭੋਗ ਨੂੰ ਭੋਗੇ ਅਛਤ ਰਾਜ ਵਿਛਰਤ। ਜਿਸ ਤਰ੍ਹਾਂ ਜ਼ਿਕਰ ਆਉਂਦੇ ਹਨ ਕਿ ਉਸ ਜਨਕ ਰਾਜੇ ਨੇ ਵੀ ਫਿਰ ਸਾਧ ਸੰਗਤ ਜੀ ਇੱਕ ਦਿਨ ਰਾਜ ਛੱਡ ਦਿੱਤਾ ਹੈ। ਹਜੂਰ ਕਹਿੰਦੇ ਹਨ ਓੜਕ ਮਰਨੇ ਹੋਏਗੋ ਬੱਪ ਅਨਿਤ ਨਿਤ ਸੋਗ। ਮਹਾਰਾਜ ਜੀ ਫਰਮਾਉਂਦੇ ਹਨ ਇਹ ਬੱਪ ਸਰੀਰ ਹੈ, ਇਹ ਅਨਿਤ ਹੈ ਭਾਵ ਨਿਤ ਰਹਿਣ ਵਾਲਾ ਨਹੀਂ। ਇਸ ਕਰਕੇ ਜੇ ਤੂੰ ਇਹਦੇ ਵਿੱਚ ਲੁਭਾਏਮਾਨ ਹੋਵੇਂਗਾ ਤੈਨੂੰ ਦੁੱਖ ਲੱਗੇਗਾ। ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਵਿੱਚ ਜ਼ਿਕਰ ਆਉਂਦੇ ਹਨ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਕਿਤੇ ਹਜੂਰ ਕਹਿੰਦੇ ਹਨ ਇਹ ਸੰਸਾਰ ਸੱਚੇ ਦੀ ਕੋਠੜੀ ਹੈ, ਕਿਤੇ ਹਜੂਰ ਕਹਿੰਦੇ ਹਨ ਇਹ ਸੁਪਨੇ ਦੀ ਨਿਆਈ ਹੈ। ਸੁਪਨੇ ਦੀ ਨਿਆਈ ਉਹਨਾਂ ਵਾਸਤੇ ਜਿਨ੍ਹਾਂ ਨੇ ਹਜੇ ਤੀਕਰ ਸੱਤ ਨੂੰ ਜਾਣਿਆ ਹੀ ਨਹੀਂ। ਜਿਹੜੇ ਜਾਣ ਲੈਂਦੇ ਹਨ ਫਿਰ ਹਰੇਕ ਵਿੱਚ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੁੰਦੇ ਹਨ। ਉਹ ਕਹਿੰਦੇ ਹਨ ਮਹਾਰਾਜ ਜੀਆਂ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ। ਹਜੂਰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਇਸੇ ਤਰ੍ਹਾਂ ਹੀ ਜੋ ਉਪਜੈ ਸੋ ਸਗਲ ਬਿਨਾਸੈ। ਜੋ ਵੀ ਸਾਧ ਸੰਗਤ ਜੀ ਜੋ ਉਪਜੈ ਸੋ ਸਗਲ ਬਿਨਾਸੈ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਮਹਾਰਾਜ ਜੀ ਕਹਿੰਦੇ ਹਨ ਕਈ ਸ਼ਿਵ ਜੀ, ਕਈ ਰਾਮਚੰਦਰ ਜੀ, ਕਈ ਕ੍ਰਿਸ਼ਨ ਜੀਆਂ ਵਰਗੇ ਅਵਤਾਰ ਹੋ ਕੇ ਧਰਤੀ ਤੋਂ ਚਲੇ ਗਏ ਹਨ। ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਔ ਪ੍ਰਾਣ ਕੇਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਤਾਏ ਹੈ। ਮਹਾਰਾਜ ਜੀ ਫਰਮਾਉਂਦੇ ਹਨ ਇਹ ਬ੍ਰਹਮਾ ਜੀ ਵਰਗੇ ਇਤਿਆਦਿਕ ਸਿਮਰਤੀਆਂ ਦੇ ਸਮੂਹ
ਕਈ ਸਾਧ ਸੰਗਤ ਜੀ ਇਸ ਸੰਸਾਰ ਤੋਂ ਹੋ ਕੇ ਚਲੇ ਗਏ ਹਨ। ਹਜੂਰ ਜਿਸ ਤਰ੍ਹਾਂ ਫਰਮਾਉਂਦੇ ਹਨ, ਪੀਰ ਔਰ ਪਿਕੰਬਰ ਕੀਤੇ ਗਣੇ ਨਾ ਪਰਤ ਏਤੇ, ਐਨੇ ਪੀਰ ਤੇ ਪਿਕੰਬਰ ਹੋ ਕੇ ਚਲੇ ਗਏ ਨੇ। ਮਹਾਰਾਜ ਜੀ ਫਰਮਾਉਂਦੇ ਹਨ, ਗਿਣਤੀ ਵਿੱਚ ਨਹੀਂ ਆ ਸਕਦੇ। ਇਹ ਸੰਸਾਰ ਕਦੋਂ ਕੁ ਦਾ ਸ਼ੁਰੂ ਹੋਇਆ ਸੀ। ਇਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਹਜੂਰ ਕਹਿੰਦੇ ਹਨ, ਭੂਮੀ ਤੋਂ ਪ੍ਰਗਟ ਹੋਏ ਸੀ ਇਹ ਪੰਜ ਤੱਤਾਂ ਤੋਂ, ਫਿਰ ਪਤਾ ਨਹੀਂ ਬਾਬਾ ਬੋਲਤੇ ਤੇ ਕਹਾਂ ਗਏ। ਕੱਲ ਹੀ ਹਜੇ ਗੱਲਾਂ ਕਰਦੇ ਸੀ, ਕਿੱਧਰ ਨੂੰ ਚਲੇ ਗਏ। ਮਹਾਰਾਜ ਜੀ ਆਂਦੇ ਹਨ, ਪਤਾ ਹੀ ਨਹੀਂ ਲੱਗਿਆ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋਊ ਪਈ ਹੈ। ਮਹਾਰਾਜ ਜੀ ਕਹਿੰਦੇ ਹਨ, ਐਸਾ ਇਹ ਸੰਸਾਰ ਸੁਪਨੇ ਦੀ ਨਿਆਈ ਹੈ, ਕੋਈ ਵੀ ਇੱਥੇ ਰਹਿਣ ਨਹੀਂ ਪਾਇਆ। ਸੂਦੇ ਸੂਦੇ ਰੇਗ ਚਲੋ ਤੁਮ, ਨੱਤਰ ਕੋ ਧੱਕੀ ਦਵਾਈ ਹੈ। ਮਹਾਰਾਜ ਜੀ ਕਹਿੰਦੇ ਹਨ, ਸਿੱਧੇ ਸਿੱਧੇ ਪੰਥ ਤੇ ਚੱਲ, ਨਹੀਂ ਤਾਂ ਧੱਕਾ ਪੈ ਕੇ ਪਤਾ ਨਹੀਂ ਕਿਹੜੀਆਂ ਜੂਨੀਆਂ ਵਿੱਚ ਚਲੇ ਜਾਵੇਂਗਾ। ਹਜੂਰ ਪ੍ਰਮਾਣ ਦੇ ਕੇ ਦੱਸਦੇ ਹਨ, ਜੇ ਚੂਹਾ ਬਿੱਲੀ ਅੱਗੇ ਅੱਖਾਂ ਬੰਦ ਕਰਕੇ ਬੈਠ ਜਾਵੇ, ਕਵੇ ਬਿੱਲੀ ਤਾਂ ਆਈ ਨਹੀਂ। ਸਾਧ ਸੰਗਤ ਜੀ, ਬਿੱਲੀ ਤਾਂ ਉੱਪਰ ਹੀ ਬੈਠੀ ਹੈ, ਬੰਦੇ ਨੇ ਅੱਖਾਂ ਮੀਟ ਲੀਆਂ ਨੇ। ਹਜੂਰ ਜਿਸ ਤਰ੍ਹਾਂ ਫਰਮਾਉਂਦੇ ਹਨ ਕਿ ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਮਹਾਰਾਜ ਜੀਆਂ ਦੇ ਫਿਰ ਜੋ ਸਾਧ ਸੰਗਤ ਜੀ ਪ੍ਰੇਮ ਵਾਲੇ ਗੁਰਸਿੱਖ ਹਨ, ਉਹ ਸਦਾ ਲਈ ਰਹਿੰਦੇ ਹਨ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਮਿਥਿਆ ਤਨ ਸਾਚੋ ਕਰ ਮਾਨਿਓ। ਹਜੂਰ ਫਰਮਾਉਂਦੇ ਹਨ, ਇਹ ਤਨ ਮਿਥਿਆ ਹੈ, ਇਸ ਨੂੰ ਤੂੰ ਜੀਵ ਸੱਚ ਕਰ ਮੰਨੀ ਬੈਠਾ ਹੈ। ਇਹ ਬਿਦ ਆਪ ਬੰਧਾਵੈ। ਆਪ ਹੀ ਜੀਵ ਇਹਨਾਂ ਬੰਧਨਾਂ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ ਪੈ ਗਿਆ ਹੈ। ਇਸ ਕਰਕੇ ਜਿਸ ਤਰ੍ਹਾਂ ਹਜੂਰ ਨੇ ਆਰੰਭ ਵਿੱਚ ਦੱਸਿਆ ਸੀ ਕਿ ਰਾਮ ਦੀ ਸ਼ਰਨ ਵਿੱਚ ਜੀਵ ਕਿਉਂ ਨਹੀਂ ਆਉਂਦੇ, ਹਜੂਰ ਫਰਮਾਉਂਦੇ ਹਨ, ਇਹ ਮਿਥਿਆ ਤਨ ਹੈ ਜੋ ਇਹਦੇ ਵਿੱਚ ਆਪ ਹੀ ਇਹ ਬੰਨਿਆ ਪਿਆ ਹੈ। ਜਨ ਨਾਨਕ ਸੋ ਜਨ ਮੁਕਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਹਰ ਲਾਉਂਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਉਹੀ ਨਰ ਮੁਕਤਾ ਹੈ ਇਹਨਾਂ ਬੰਧਨਾਂ ਤੋਂ। ਉਸ ਜੀਵ ਨੇ ਇਹ ਬੰਧਨ ਤੋੜ ਦਿੱਤੇ ਹਨ। ਰਾਮ ਭਜਨ ਚਿਤ ਲਾਵੈ। ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਬੰਦਗੀ ਦੇ ਵਿੱਚ ਚਿੱਤ ਲਾਉਂਦੇ ਹਨ। ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਾਈ ਹੈ ਰੇ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਇਹ ਮਾਨਸ ਜੋ ਚੋਏ ਦੀ ਨਿਆਈ ਹੈ, ਅੱਖਾਂ ਮੀਟ ਕੇ ਬੈਠਾ ਹੈ, ਬਿੱਲੀ ਇਸ ਨੂੰ ਖਾ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਉਹੀ ਬਚੇ ਨੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕੀਤੀ ਹੈ। ਹਜੂਰ ਕਿਰਪਾ ਕਰਨ, ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅੱਜ ਤੀਸਰਾ ਸ਼ਬਦ ਸਾਰੰਗ ਰਾਗ ਵਿੱਚ ਹਜੂਰ ਨੇ ਜਿਸ ਤਰ੍ਹਾਂ ਕਿਰਪਾ ਕਰ ਕੀਤੀ ਹੈ, 4 ਸ਼ਬਦ ਸਾਰੰਗ ਰਾਗ ਵਿੱਚ ਹਜੂਰ ਨੇ ਉਚਾਰੇ ਹਨ। ਇਸ ਤੋਂ ਅੱਗੇ ਜੈਜਾਵੰਤੀ ਰਾਗ, ਫਿਰ ਭੋਗ ਦੇ ਸ਼ਲੋਕਾਂ ਦੀ ਜਿਸ ਤਰ੍ਹਾਂ ਮਹਾਰਾਜ ਜੀ ਕਿਰਪਾ ਕਰਨਗੇ, ਆਪਾਂ ਮਹਾਰਾਜ ਜੀਆਂ ਦੀ ਕਿਰਪਾ ਨਾਲ ਕਥਾ ਸ਼ਰਵਣ ਕਰਾਂਗੇ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ। ਮਹਾਰਾਜ ਜੀ ਬਖਸ਼ ਦੇਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਿਥਿਆ ਧਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਵਾਹਿਗੁਰੂ ਜੀ ਕਾ